ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਗੁਰੂ ਦਾ ਸਾਜਿਆ ਹੋਇਆ, ਖਾਲਸੇ ਦੀ ਫਤਿਹ ਵੀ ਗੁਰੂ ਦੀ ਫਤਿਹ ਹੁੰਦੀ ਹੈ। ਗੁਰੂ ਧੰਨ ਹੈ, ਗੁਰੂ ਵਾਹ ਹੈ। ਗੁਰਬਾਣੀ ਦੇ ਸ਼ਬਦ ਜੋੜਾਂ ਦਾ ਗਿਆਨ ਪ੍ਰਾਪਤ ਕਰਨ ਵਾਸਤੇ ਇਹ ਛੋਟਾ ਜਿਹਾ ਉਪਰਾਲਾ ਕੀਤਾ ਜਾ ਰਿਹਾ। ਸਹੀ ਤੁਕ ਚੁਣੋ। ਇਸ ਢੰਗ ਨਾਲ 3 ਪੰਕਤੀਆਂ ਵਿੱਚੋਂ ਇੱਕ ਪੰਕਤੀ ਚੁਣਨੀ ਹੈ, ਕਿਹੜੀ ਸਹੀ ਲਿਖੀ ਹੋਈ ਹੈ, ਕਿਸ ਪੰਕਤੀ ਦੇ ਸ਼ਬਦ ਜੋੜ ਸਹੀ ਹਨ, ਤਾਂ ਜੇ ਸਾਨੂੰ ਪਤਾ ਲੱਗ ਸਕੇ, ਅਸੀਂ ਕਿਤੇ ਕੋਈ ਮਿਸਟੇਕ ਹੋਵੇ ਗੁਟਕੇ ਵਿੱਚ ਜਾਂ ਕਿਸੇ ਪੋਥੀ ਵਿੱਚ ਪਛਾਣ ਸਕੀਏ ਵੀ ਇੱਥੇ ਛਾਪੇ ਵਾਲਿਆਂ ਦੀ ਮਿਸਟੇਕ ਹੈ, ਜਾਂ ਕੋਈ ਜਾਣ ਬੁੱਝ ਕੇ ਬਾਣੀ ਵਿੱਚ ਖਲਲ ਪਾ ਰਿਹਾ, ਬਾਣੀ ਦੇ ਸ਼ਬਦ ਜੋੜਾਂ ਨੂੰ ਜਾਣ ਬੁੱਝ ਕੇ ਗਲਤ ਲਿਖ ਰਿਹਾ, ਤਾਂ ਅਸੀਂ ਪਛਾਣ ਸਕੀਏ ਕਿ ਇੱਥੇ ਮਿਸਟੇਕ ਕੀਤੀ ਜਾ ਰਹੀ ਹੈ। ਉਂਝ ਵੀ ਪਾਠ ਕਰਨ ਵਾਸਤੇ ਸਾਨੂੰ ਸ਼ਬਦ ਜੋੜਾਂ ਦਾ ਗਿਆਨ ਜਿਹੜਾ ਇਹ ਪ੍ਰਾਪਤ ਹੋਣਾ ਚਾਹੀਦਾ ਹੈ, ਕਿਉਂਕਿ ਸ਼ਬਦ ਜੋੜਾਂ ਵਿੱਚ ਹੀ ਅਰਥ ਲੁਕੇ ਹੁੰਦੇ ਹਨ। ਤਾਂ 15ਵੀਂ ਤੁਕ ਹੈ ਜਿਹੜੀ ਸਹੀ ਤੁਕ ਚੁਣਨੀ ਹੈ, ਨੰਬਰ 15 ਤੇ ਊੜਾ ਐੜਾ ਈੜੀ। ਇਹ ਤੁਕ 3 ਵਾਰ ਲਿਖੀ ਹੋਈ ਹੈ, 3 ਤਰ੍ਹਾਂ ਲਿਖੀ ਹੋਈ ਹੈ। ਨਾਨਕ ਤਾਕੇ ਕਾਰਜ ਪੂਰਾ। ਇਹਨਾਂ ਦਾ ਮਤਲਬ ਹੈ, ਇਹ ਨਾਨਕ ਉਸਦੇ ਕਾਰਜ ਪੂਰੇ ਹੋ ਜਾਂਦੇ ਹਨ। ਕਿਸ ਦੇ ਕਾਰਜ ਪੂਰੇ ਹੋ ਜਾਂਦੇ ਹਨ, ਇਹ ਅਸੀਂ ਨੰਬਰ 14 ਵਿੱਚ ਵਿਚਾਰ ਕੀਤੀ ਸੀ ਪਹਿਲਾਂ। ਸਿਰ ਉੱਪਰ ਠਾਢਾ ਗੁਰ ਸੂਰਾ। ਸੂਰਾ ਦਾ ਮਤਲਬ ਹੈ ਸ਼ੂਰਾ, ਸੂਰਮਾ। ਤੇ ਜਿਸ ਦੇ ਸਿਰ ਉੱਪਰ ਗੁਰੂ ਸੂਰਮਾ ਹੋਵੇ, ਗੁਰੂ ਸ਼ੂਰਬੀਰ ਹੋਵੇ, ਉਸ ਦੇ ਕਾਰਜ ਪੂਰੇ ਹੋ ਜਾਂਦੇ ਹਨ। ਇਹ ਨਾਨਕ ਉਸ ਦੇ ਕਾਰਜ ਪੂਰੇ ਹੋ ਜਾਂਦੇ ਹਨ, ਇਹਦਾ ਅਰਥ ਹੈ। ਤਾਂ ਉਮੀਦ ਹੈ ਗੁਰੂ ਪਿਆਰੇ ਤੁਸੀਂ ਇਹ ਪੰਕਤੀ ਚੁਣ ਲਈ ਹੋਏਗੀ ਵੀ ਕਿਹੜੀ ਠੀਕ ਹੈ। ਆਓ ਦੇਖਦੇ ਹਾਂ। ਤਾਕੇ ਕਾਰਜ, ਤਾਕੇ ਦਾ ਮਤਲਬ ਉਸ ਦੇ ਮਤਲਬ ਹੈ ਕੰਮ ਜ਼ਿਆਦਾ ਹਨ, ਕਾਰਜ ਜ਼ਿਆਦਾ ਹਨ, ਕਿਉਂਕਿ ਉਸ ਦਾ ਨਹੀਂ ਹੈ, ਉਸ ਦੇ ਹੈ। ਜੇ ਕਾਰਜ ਜ਼ਿਆਦਾ ਹਨ ਤਾਂ ਜੱਜੇ ਨੂੰ ਔਂਕੜ ਨਹੀਂ ਹੋਏਗਾ। ਇਸ ਦਾ ਮਤਲਬ ਹੈ ਊੜਾ ਤਾਂ ਈੜੀ, ਇਹਨਾਂ 'ਚ ਦੋਹਾਂ 'ਚ ਇੱਕ ਪੰਕਤੀ ਹੋਏਗੀ। ਹੁਣ ਅਸੀਂ ਕਹਿੰਦੇ ਹਾਂ ਹੇ ਨਾਨਕ ਉਸਦੇ ਕਾਰਜ ਪੂਰੇ ਹੋ ਜਾਂਦੇ ਹਨ। ਜਦੋਂ ਹੇ ਨਾਨਕ ਦੀ ਗੱਲ ਆਉਂਦੀ ਹੈ ਜਾਂ ਹੇ ਨਾਨਕ ਆਖ, ਤਾਂ ਉਸ ਵੇਲੇ ਕੱਕਾ ਅੱਖਰ ਜਿਹੜਾ ਨਾਨਕ ਸ਼ਬਦ ਦਾ ਇਹ ਮੁਕਤਾ ਬਣ ਜਾਂਦਾ। ਤੇ ਇਹਦਾ ਮਤਲਬ ਹੈ ਈੜੀ ਵਾਲੀ ਪੰਕਤੀ ਜਿਹੜੀ ਹੈ ਉਹ ਠੀਕ ਹੈ। ਨੰਬਰ 16 ਅੱਗੇ ਪੰਕਤੀ ਆ ਗਈ। ਗੁਰੂ ਪਿਆਰਿਓ ਆਪਣਾ ਗੈਸ ਕਰੋ, ਇਹਨਾਂ ਤਿੰਨਾਂ ਵਿੱਚੋਂ ਕਿਹੜੀ ਪੰਕਤੀ ਤੁਹਾਨੂੰ ਸਹੀ ਲੱਗਦੀ ਹੈ। ਪੰਕਤੀ ਦਾ ਅਰਥ ਹੈ ਗੁਰੂ ਦੇ ਬਚਨ, ਗੁਰੂ ਦੇ ਸ਼ਲੋਕ ਉੱਤਮ ਹੁੰਦੇ ਹਨ, ਚੰਗੇ ਹੁੰਦੇ ਹਨ। ਤੋ ਪੰਕਤੀ ਤੁਸੀਂ ਗੈਸ ਕਰ ਲਈ ਹੋਣੀ ਆ, ਉਹ ਦੇਖਦੇ ਹਾਂ। ਸਾਧ ਕੇ ਬਚਨ, ਕੇ ਦਾ ਮਤਲਬ ਹੈ ਜ਼ਿਆਦਾ ਬਚਨ ਹਨ। ਸਾਧ ਕਾ ਬਚਨ ਨਹੀਂ, ਸਾਧ ਕੇ ਆ। ਜੇ ਬਚਨ ਜ਼ਿਆਦਾ ਹਨ ਤਾਂ ਨੰਨਾ ਮੁਕਤਾ ਹੋਊਗਾ। ਨੰਨਾ ਮੁਕਤਾ ਹੋਊਗਾ ਦਾ ਮਤਲਬ ਹੈ ਊੜਾ ਤਾਂ ਈੜੀ ਵਿੱਚੋਂ ਇੱਕ ਪੰਕਤੀ ਹੋਏਗੀ। ਆਓ ਦੇਖਦੇ ਹਾਂ ਕਿਹੜੀ ਹੈ। ਹੁਣ ਅਸੀਂ ਕਹਿੰਦੇ ਹਾਂ ਸਾਧ ਕੇ। ਜਦੋਂ ਸਾਧ ਕੇ ਕਹਿੰਦੇ ਹਾਂ, ਸੰਬੰਧਕ ਆ ਗਿਆ ਕੇ। ਸੰਬੰਧਕ ਆਉਣ ਦੇ ਨਾਲ ਸਾਧ ਸ਼ਬਦ ਦਾ ਜਿਹੜਾ ਧੱਦਾ ਹੈ ਇਹਨੂੰ ਔਂਕੜ ਵੀ ਹਟ ਜਾਂਦਾ ਆ, ਕਿਉਂਕਿ ਸੰਬੰਧਕ ਮੂਹਰੇ ਕੇ ਆ ਗਿਆ। ਜੇ ਔਂਕੜ ਵੀ ਹਟ ਜਾਂਦਾ ਆ, ਇਹਦਾ ਮਤਲਬ ਹੈ ਊੜੇ ਵਾਲੀ ਪੰਕਤੀ ਨਹੀਂ ਹੋਏਗੀ, ਫਿਰ ਈੜੀ ਵਾਲੀ ਹੋਏਗੀ। ਇਹਦੇ ਵਿੱਚ ਸਾਧ ਵਿੱਚ ਧੱਦੇ ਨੂੰ ਔਂਕੜ ਹਟ ਗਿਆ। ਸਾਧ ਕੇ ਬਚਨ, ਈੜੀ ਵਾਲੀ ਪੰਕਤੀ ਜਿਹੜੀ ਹੈ ਉਹ ਠੀਕ ਹੈ, ਕਿਉਂਕਿ ਸ਼ਲੋਕ ਜ਼ਿਆਦਾ ਹਨ, ਇਸ ਕਰਕੇ ਸ਼ਲੋਕ ਦਾ ਕੱਕਾ ਵੀ ਮੁਕਤਾ ਹੋਏਗਾ। ਨੰਬਰ 17 ਜਿਸਕਾ ਨਾਮ ਸਤ ਰਾਮਦਾਸ। ਉਸ ਦਾ ਨਾਮ ਸੱਚਮੁੱਚ ਹੀ ਰਾਮ ਦਾ ਦਾਸ ਬਣ ਜਾਂਦਾ ਹੈ, ਰਾਮ ਦਾ ਦਾਸ ਹੋ ਜਾਂਦਾ ਹੈ।
ਹਾਂਜੀ, ਚਲੋ ਦੇਖੀ ਤੁਸੀਂ ਕਿਹੜੀ ਪੰਕਤੀ ਗੈਸ ਕੀਤੀ ਹੈ। ਠੀਕ ਹੈ। ਜਿਸਕਾ ਨਾਮ ਸਤਿ ਰਾਮਦਾਸ, ਤਿਸ ਕਾ ਨਾਮ, ਤਿਸ ਕਾ, ਜਦੋਂ ਤਿਸ ਕਾ ਅੱਗੇ ਆ ਗਿਆ, ਸੰਬੰਧਕ ਆ ਗਿਆ, ਤਾਂ ਤਿਸ ਸ਼ਬਦ ਦਾ ਸੱਸੇ ਦਾ ਔਂਕੜ ਹਟ ਜਾਂਦਾ। ਇਹਦਾ ਮਤਲਬ ਪੰਕਤੀ ਊੜਾ ਜਾਂ ਈੜੀ ਵਿੱਚੋਂ ਇੱਕ ਹੋਏਗੀ। ਹੁਣ ਉਸ ਦਾ ਨਾਮ ਸੱਚਮੁੱਚ ਹੀ ਰਾਮ ਦਾ ਦਾਸ ਬਣ ਜਾਂਦਾ ਹੈ। ਹੁਣ ਜਦੋਂ ਅਸੀਂ ਕਹਿੰਦੇ ਰਾਮ ਦਾ ਦਾਸ, ਰਾਮ ਦੇ ਅੱਗੇ ਜਦੋਂ ਦਾ ਲੱਗ ਜਾਏ ਅਰਥਾਂ ਵਿੱਚ, ਤਾਂ ਰਾਮ ਸ਼ਬਦ ਦਾ ਮੰਮਾ ਵੀ ਇਹ ਮੁਕਤਾ ਹੋ ਜਾਂਦਾ ਹੈ। ਤੇ ਇਹ ਮੁਕਤਾ ਜਿਹੜਾ ਹੈ ਈੜੀ ਵਿੱਚ ਹੈ। ਸੋ ਤਿਸ ਕਾ ਨਾਮ ਸਤਿ ਰਾਮਦਾਸ, ਰਾਮ ਦਾ ਦਾਸ। ਗੁਰੂ ਪਿਆਰਿਓ, ਲਓ ਪੰਕਤੀ ਨੰਬਰ 18 ਹੈ, ਸਹੀ ਤੁਕ ਚੁਣੋ। ਕਈ ਕੋਟ ਖਾਣੀ ਔਰ ਖੰਡ, ਇਹਦਾ ਮਤਲਬ ਕਈ ਕਰੋੜ ਖਾਣੀਆਂ ਅਤੇ ਖੰਡ ਹਨ। ਖੰਡ ਦਾ ਮਤਲਬ ਹੈ ਟੁਕੜੇ, ਧਰਤੀ ਦੇ ਵੱਖ-ਵੱਖ ਹਿੱਸੇ ਕਰੋੜਾਂ ਹੀ ਹਨ। ਜਦੋਂ ਅਸੀਂ ਕਰੋੜ ਦੀ ਗੱਲ ਕਰਦੇ ਹਾਂ, ਉਹਦੇ ਵਾਸਤੇ ਸ਼ਬਦ ਹੁੰਦਾ ਕੋਟੀ, ਟੈਂਕ ਨੂੰ ਸਿਆਰੀ ਹੁੰਦੀ ਹੈ। ਇਹਦਾ ਮਤਲਬ ਹੈ ਊੜਾ ਤੇ ਈੜੀ ਵਿੱਚੋਂ ਇੱਕ ਪੰਕਤੀ ਹੋਏਗੀ, ਤੁਕ ਹੋਏਗੀ ਠੀਕ, ਜਾਂ ਊੜੇ ਵਾਲੀ ਜਾਂ ਈੜੀ ਵਾਲੀ, ਕਿਉਂਕਿ ਇਹਨਾਂ ਦੋਵਾਂ ਵਿੱਚ ਕੋਟੀ ਸ਼ਬਦ ਹੈਗਾ। ਕਈ ਕੋਟ, ਖਾਣੀ ਸ਼ਬਦ ਦੋਵਾਂ ਵਿੱਚ ਇੱਕੋ ਜਿਹਾ ਹੈ। ਹੁਣ ਦੇਖਣਾ ਹੈ ਖੰਡ ਸ਼ਬਦ ਕਿਹੜਾ ਠੀਕ ਹੈ ਅਤੇ ਅਰੂ ਸ਼ਬਦ ਕਿਹੜੀ ਪੰਕਤੀ ਹੈ ਠੀਕ ਹੈ। ਅਰੂ ਸ਼ਬਦ ਵੀ ਇੱਕੋ ਜਿਹਾ ਦੋਹਾਂ ਵਿੱਚ, ਅਤੇ ਗੱਲ ਜਿਹੜੀ ਆ ਉਹ ਹੁਣ ਖੰਡ 'ਤੇ ਆ ਗਈ। ਖੰਡ, ਕਿਉਂਕਿ ਇੱਥੇ ਕਰੋੜਾਂ ਦੀ ਗੱਲ ਕੀਤੀ ਗਈ ਆ, ਜੇ ਕਰੋੜਾਂ ਦੀ ਗੱਲ ਕੀਤੀ ਗਈ ਹੋਵੇ ਤਾਂ ਖੰਡ ਜਿਹੜੇ ਆ ਉਹ ਜ਼ਿਆਦਾ ਹੋਣਗੇ ਤਾਂ ਡੱਡਾ ਮੁਕਤਾ ਹੋ ਜਾਏਗਾ। ਜੇ ਡੱਡਾ ਮੁਕਤਾ ਹੋ ਜਾਏਗਾ ਤਾਂ ਪੰਕਤੀ ਈੜੀ ਠੀਕ ਹੈ। ਕਈ ਕੋਟ ਖਾਣੀ ਔਰ ਖੰਡ, ਔਰ ਦਾ ਮਤਲਬ ਅਤੇ ਹੁੰਦਾ ਹੈ, ਅਤੇ ਇਹ ਰਾਰੇ ਨੂੰ ਔਂਕੜ ਨਾਲ ਹੁੰਦਾ ਹੈ। ਲਓ ਗੁਰੂ ਪਿਆਰਿਓ, ਪੰਕਤੀ ਨੰਬਰ 19 ਆ ਗਈ ਹੈ, ਸਹੀ ਤੁਕ ਚੁਣੋ। ਆਪਣਾ ਗੈਸ ਲਾਓ ਇੱਥੇ। ਨਾਨਕ ਸਾਹਿਬ ਸਦਾ ਦਇਆਲ, ਇਹਦਾ ਪਾਠ ਅਸਲ ਵਿੱਚ ਹੁੰਦਾ ਹੈ ਨਾਨਕ ਸਾਹਿਬ ਸਦਾ ਦਇਆਲ। ਇਹਦਾ ਮਤਲਬ ਹੈ ਨਾਨਕ, ਜੋ ਰੱਬ ਹੈ, ਜੋ ਮਾਲਕ ਹੈ, ਉਹ ਸਦਾ ਹੀ ਦਿਆਲ ਹੁੰਦਾ ਹੈ। ਲਓ ਚੁਣ ਲਓ ਜੀ ਹੁਣ ਇਹਨਾਂ ਅਰਥਾਂ ਦੇ ਨਾਲ। ਆਓ ਦੇਖਦੇ ਹਾਂ ਕਿਹੜੀ ਠੀਕ ਬਣਦੀ ਹੈ। ਸਾਹਿਬ ਸ਼ਬਦ ਜਿਹੜਾ ਹੈ ਇਹ ਇੰਡੀਪੈਂਡੈਂਟ ਹੈ, ਇਹ ਨਾਨਕ ਸ਼ਬਦ ਨਾਲ ਨਹੀਂ ਜੁੜਦਾ, ਨਾਨਕ ਸਾਹਿਬ ਨਹੀਂ। ਦਿਆਲ, ਜੋ ਦਿਆਲ ਦੀ ਗੱਲ ਕੀਤੀ ਗਈ ਹੈ, ਉਹ ਦਿਆਲ ਸਾਹਿਬ ਹੈ, ਮਾਲਕ ਹੈ, ਰੱਬ ਹੈ, ਤੇ ਕਹਿਣ ਵਾਲੇ ਨਾਨਕ ਹਨ। ਇਹ ਨਾਨਕ ਆਖ ਸਾਹਿਬ ਸਦਾ ਦਿਆਲ ਹੁੰਦਾ ਹੈ। ਤੇ ਜਦੋਂ ਨਾਨਕ ਸ਼ਬਦ ਕੱਕੇ ਨੌਕੜ ਨਾਲ ਸਾਹਿਬ ਨਾਲ ਨਹੀਂ ਜੁੜਦਾ, ਇਹਦਾ ਮਤਲਬ ਕੱਕਾ ਜਿਹੜਾ ਹੈ ਨਾਨਕ ਸ਼ਬਦ ਦਾ ਉਹ ਮੁਕਤਾ ਹੋਏਗਾ, ਕਿਉਂਕਿ ਹੇ ਨਾਨਕ ਦੀ ਗੱਲ ਆਉਂਦੀ ਹੈ, ਜਾਂ ਨਾਨਕ ਜੀ ਆਖਦੇ ਹਨ ਹੇ ਨਾਨਕ। ਤੋ ਹੇ ਨਾਨਕ ਵਾਲੀ ਗੱਲ ਜਿਹੜੀ ਈੜੀ ਵਿੱਚ ਆਉਂਦੀ ਹੈ, ਹੇ ਨਾਨਕ ਆਖ ਸਾਹਿਬ ਸਦਾ ਦਿਆਲ। ਸਾਹਿਬ ਕਿਉਂਕਿ ਇੱਕ ਵਚਨ ਹੈ, ਜੇ ਇੱਕ ਵਚਨ ਹੈ ਤਾਂ ਬੱਬੇ ਨੂੰ ਔਂਕੜ ਹੋਏਗਾ, ਅਤੇ ਬੱਬੇ ਨੂੰ ਔਂਕੜ ਵੀ ਆ ਗਿਆ ਈੜੀ ਵਿੱਚ, ਨਾਨਕ ਸ਼ਬਦ ਦਾ ਕੱਕਾ ਮੁਕਤਾ ਵੀ ਹੋ ਗਿਆ, ਅਤੇ ਤੁਕ ਜਿਹੜੀ ਆ ਸਹੀ ਬਣ ਗਈ। 20 ਨੰਬਰ ਤੁਕ ਹੈ ਗੁਰੂ ਪਿਆਰਿਓ। ਲਾਓ ਆਪਣਾ ਗੈਸ ਇੱਥੇ ਵੀ। ਜਪਜੀ ਦੇ ਵਿੱਚੋਂ ਇਹ ਪੰਕਤੀ ਹੈ, ਇਹਦਾ ਅਰਥ ਹੈ, ਹੇ ਗੁਰੂ ਜੀ, ਇੱਕ ਸੂਝ ਬੂਝ ਦਿਓ,
ਲਓ ਜੀ ਦੇਖਦੇ ਹਾਂ ਕਿਹੜੀ ਤੁਸੀਂ ਪੰਕਤੀ ਚੁਣੀ ਹੈ। ਗੁਰਾ ਇੱਕ ਦੇਹ ਬੁਝਾਈ, ਕਿਉਂਕਿ ਇੱਥੇ ਬੁਝਾਈ ਜਿਹੜੀ ਹੈ ਇਸਤਰੀ ਲਿੰਗ ਹੈ, ਸੂਝ ਬੂਝ ਹੈ, ਬੂਝ ਹੈ, ਸੂਝ ਹੈ, ਇਸਤਰੀ ਲਿੰਗ ਹੈ। ਤੋ ਇਸਤਰੀ ਲਿੰਗ ਦਾ ਜਿਹੜਾ ਵਿਸ਼ੇਸ਼ਣ ਆ ਉਹ ਵੀ ਇਸਤਰੀ ਲਿੰਗ ਹੋਣਾ ਚਾਹੀਦਾ। ਇੱਕ ਸ਼ਬਦ ਜਿਹੜਾ ਹੈ ਇਹ ਵਿਸ਼ੇਸ਼ਣ ਹੈ ਬੁਝਾਈ ਦਾ, ਇੱਕ ਸੂਝ ਬਖਸ਼ੋ। ਤੋ ਜਦੋਂ ਇੱਕ ਸੂਝ ਦੀ ਗੱਲ ਆਉਂਦੀ ਹੈ ਤੇ ਸੂਝ ਹੈਗਾ ਇਸਤਰੀ ਲਿੰਗ, ਤੇ ਇੱਕ ਸ਼ਬਦ ਵੀ ਇਸਤਰੀ ਲਿੰਗ ਹੋਣਾ ਚਾਹੀਦਾ। ਤੋ ਇਸਤਰੀ ਲਿੰਗ ਬਣਦਾ ਹੈ ਜੇ ਕੱਕਾ ਦਾ ਮੁਕਤਾ ਹੋ ਜਾਏ। ਤੋ ਕੱਕਾ ਮੁਕਤਾ ਐੜਾ ਤੇ ਈੜੀ ਵਿੱਚ ਆਉਂਦਾ ਆ, ਇੱਕ ਦੇਹ ਬੁਝਾਈ। ਹੁਣ ਇਹਨਾਂ ਵਿੱਚੋਂ ਦੇਖਣਾ ਵੀ ਕਿਹੜੀ ਪੰਕਤੀ ਇਹਨਾਂ ਦੋਹਾਂ ਚੋਂ ਠੀਕ ਹੈ। ਹੁਣ ਪਛਾਣ ਕਰਨੀ ਆ ਦੇਹ ਅਤੇ ਦੇਹੀ, ਇਹਨਾਂ ਚੋਂ ਕਿਹੜੀ ਚੀਜ਼ ਠੀਕ ਹੈ। ਜਿਹੜਾ ਐੜਾ ਹੈ ਇਹਦੇ ਵਿੱਚ ਦੇਹ ਸ਼ਬਦ ਜਿਹੜਾ ਹੈ ਇਹ ਸਰੀਰ ਵਾਸਤੇ ਹੈ। ਈੜੀ ਵਿੱਚ ਹੁੰਦਾ ਆ ਮੰਗ ਕਰਨੀ, ਦੇ ਮੈਨੂੰ ਦੇ, ਉਹ ਹਾਏ ਨੂੰ ਸਿਹਾਰੀ ਨਾਲ ਹੈ। ਗੁਰਾ ਇੱਕ ਦੇਹ ਬੁਝਾਈ, ਤੋ ਈੜੀ ਵਾਲੀ ਪੰਕਤੀ ਜਿਹੜੀ ਉਹ ਠੀਕ ਹੈ। ਬੁਝਾਈ ਸ਼ਬਦ ਜਿਹੜਾ ਇਹ ਹਾਰਡ ਸਾਊਂਡ ਨਾਲ ਪੜ੍ਹਿਆ ਜਾਏਗਾ, ਬੁਝਾਈ, ਬੁਝਾਈ ਨਹੀਂ। ਬੁਝਾਈ ਤੋਂ ਹੁੰਦਾ ਫੂਕ ਮਾਰ ਕੇ ਜਿਹਦਾ ਬੁਝਾ ਦਿੱਤੀ, ਤੇ ਇੱਥੇ ਬੁਝਾਉਣ ਵਾਲੀ ਗੱਲ ਨਹੀਂ, ਇੱਥੇ ਸੂਝ ਬੂਝ ਵਾਲੀ ਗੱਲ ਹੈ। ਬੁਝਾਈ ਬੁਝਣਾ ਤੋਂ ਬਣਦਾ, ਬੁਝਾਈ। ਲਓ ਜੀ 21 ਨੰਬਰ ਹੈ ਨਾਨਕ ਭਗਤਾਂ ਸਦਾ ਵਿਗਾਸ। ਇਸ ਪੰਕਤੀ ਅਰਥ ਹੈ ਨਾਨਕ ਆਖ ਭਗਤਾਂ ਨੂੰ ਸਦਾ ਹੀ ਖੇੜਾ ਬਣਿਆ ਰਹਿੰਦਾ ਹੈ, ਭਗਤਾਂ ਨੂੰ ਸਦਾ ਹੀ ਆਤਮਿਕ ਆਨੰਦ ਬਣਿਆ ਰਹਿੰਦਾ ਹੈ। ਲਓ ਦੇਖਦੇ ਹਾਂ ਗੁਰੂ ਪਿਆਰੇ ਤੁਸੀਂ ਕਿਹੜੀ ਪੰਕਤੀ ਚੁਣੀ ਹੈ ਤਿੰਨਾਂ ਵਿੱਚੋਂ। ਜਦੋਂ ਅਸੀਂ ਕਹਿੰਦੇ ਹਾਂ ਨਾਨਕ ਇਹ ਨਾਨਕ ਆਖ, ਤਾਂ ਉਸ ਵੇਲੇ ਕੱਕਾ ਜਿਹੜਾ ਹੈ ਮੁਕਤਾ ਹੁੰਦਾ ਨਾਨਕ ਸ਼ਬਦ ਦਾ। ਇਹਦਾ ਮਤਲਬ ਹੈ ਐੜਾ ਤੇ ਈੜੀ ਵਿੱਚੋਂ ਪੰਕਤੀ ਹੋਏਗੀ ਇੱਕ। ਹੁਣ ਦੇਖਣਾ ਕਿਹੜੀ ਹੈ। ਇਹਨਾਂ ਦੋਹਾਂ ਵਿੱਚ ਵਿਕਾਸ ਸ਼ਬਦ ਫਰਕ ਨਾਲ ਲਿਖਿਆ ਹੋਇਆ। ਹੁਣ ਭਗਤਾਂ ਨੂੰ ਸਦਾ ਖੇੜਾ ਬਣਿਆ ਰਹਿੰਦਾ ਹੈ, ਤਾਂ ਖੇੜਾ ਸ਼ਬਦ ਜਿਹੜਾ ਹੈ ਜਾਂ ਆਤਮ ਆਨੰਦ ਜਿਹੜਾ ਹੈ ਇਹ ਇੱਕ ਵਚਨ ਹੈ। ਜੇ ਇੱਕ ਵਚਨ ਹੈ ਤਾਂ ਵਿਕਾਸ ਸ਼ਬਦ ਜਿਹੜਾ ਇਹ ਵੀ ਇੱਕ ਵਚਨ ਹੋਊਗਾ, ਕਿਉਂਕਿ ਇਹਦਾ ਅਰਥ ਖੇੜਾ ਹੈ। ਇਸ ਕਰਕੇ ਵਿਕਾਸ ਸ਼ਬਦ ਸੱਸੇ ਨੂੰ ਔਂਕੜ ਵਾਲਾ ਹੋਏਗਾ, ਇੱਕ ਵਚਨ ਵਾਲਾ, ਤੇ ਈੜੀ ਇਹ ਦੋਵੇਂ ਸ਼ਰਤਾਂ ਪੂਰੀਆਂ ਕਰਦੀ ਹੈ। ਨਾਨਕ ਭਗਤਾਂ ਸਦਾ ਵਿਗਾਸ, ਲਾਈਕ ਦੈਟ। ਲਓ ਜੀ 22 ਪੰਕਤੀ ਆ ਗਈ ਗੁਰੂ ਪਿਆਰਿਓ, ਸਹੀ ਤੁਕ ਚੁਣੋ। ਇਸ ਤੁਕ ਦਾ ਅਰਥ ਹੈ ਸੁਣਨ ਕਰਕੇ ਦੁੱਖਾਂ ਅਤੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਦੁੱਖ ਪਾਪ ਦਾ ਨਾਸ਼, ਦੁੱਖ ਤੇ ਪਾਪ ਦਾ ਨਾਸ਼ ਹੋ ਜਾਂਦਾ ਸੁਣਨ ਨਾਲ। ਜਦੋਂ ਤੁਸੀਂ ਕਹਿੰਦੇ ਆ ਸੁਣਨ ਨਾਲ, ਤੇ ਇਹਦਾ ਮਤਲਬ ਹੈ ਨਾਣਾ ਅੱਖਰ ਜਿਹੜਾ ਇਹਨੂੰ ਸਿਆਰੀ ਹੁੰਦੀ ਹੈ, ਤੇ ਜਿਹੜਾ ਐੜਾ ਹੁੰਦਾ ਨਾਲ ਉਹਨੂੰ ਦੁਲਾਵਾਂ ਹੁੰਦੀਆਂ, ਉਹਦਾ ਅਰਥ ਬਣਦਾ ਸੁਣਨ ਨਾਲ। ਤੇ ਇਹਦੇ ਵਿੱਚ ਇੱਕੋ ਹੀ ਪੰਕਤੀ ਐਸੀ ਹੈ ਜਿਹੜੀ ਦੋਵੇਂ ਸ਼ਰਤਾਂ ਪੂਰੀਆਂ ਕਰਦੀ ਹੈ, ਨਾਲੇ ਨੂੰ ਸਿਹਾਰੀ ਤੇ ਐੜੇ ਨੂੰ ਦੁਲਾਵਾਂ, ਉਹ ਹੈ ਈੜੀ। ਉਪਰਲੀਆਂ ਪੰਕਤੀਆਂ ਸ਼ਰਤ ਪੂਰੀ ਨਹੀਂ ਕਰਦੀਆਂ, ਤਾਂ ਸਪਸ਼ਟ ਹੈ ਕਿ ਈੜੀ ਜਵਾਬ ਹੈ। ਦੁੱਖ ਪਾਪ ਕਾ ਨਾਸ਼, ਨਾਸ਼ ਸ਼ਬਦ ਜਿਹੜਾ ਇਹ ਇੱਕ ਵਚਨ ਹੈ, ਕਿਰਿਆ ਇੱਕ ਵਚਨ ਹੈ, ਨਾਸ਼ ਹੋ ਜਾਂਦਾ ਹੈ। ਤੋ ਨਾਸ਼ ਸ਼ਬਦ ਜਿਹੜਾ ਇਹ ਇੱਕ ਵਚਨ ਹੈ, ਇਹ ਸੱਸੇ ਨੂੰ ਔਂਕੜ ਹੋਏਗਾ ਇੱਥੇ। ਨਾਮ ਸ਼ਬਦ ਹੈ, ਨਾਮ ਸ਼ਬਦ ਜਿਹੜਾ ਹੈ ਇਹ ਨਾਸ਼ ਹੈ, ਇਹਦਾ ਡਿਸਟਰਕਸ਼ਨ ਮਤਲਬ ਹੈ ਡਿਸਟਰਕਸ਼ਨ, ਖਤਮ ਹੋ ਜਾਣਾ। ਤੋ ਇਹ ਤਿੰਨਾਂ ਵਿੱਚ ਇੱਕ ਹੋ ਜਾਏ, ਇਹਦਾ ਕੋਈ ਫਰਕ ਨਹੀਂ ਹੈ। ਹੁਣ ਪਾਪ ਕਾ, ਕਿਉਂਕਿ ਪਾਪ ਤੇ ਦੁੱਖ ਇਹਨਾਂ ਦੇ ਮੂਹਰੇ ਦੋਹਾਂ ਦੇ ਸੰਬੰਧਕ ਆਉਂਦਾ, ਸੰਬੰਧਕ ਹੈ ਕਾ। ਸੋ ਕਾ ਸੰਬੰਧਕ ਆਉਣ ਨਾਲ ਦੁੱਖ ਤੇ ਪਾਪ ਦੋਵੇਂ ਸ਼ਬਦ ਜਿਹੜੇ ਆ
ਇਹ ਔਂਕੜ ਮੁਕਤ ਹੋ ਜਾਂਦੇ ਆ ਅਖੀਰ ਵਿੱਚ, ਤੇ ਇਹ ਈੜੀ ਦੋਵੇਂ ਸ਼ਰਤਾਂ ਪੂਰੀਆਂ ਕਰਦੀ ਹੈ। ਦੁਖ ਪਾਪ ਕਾ ਨਾਸ਼। ਨੰਬਰ 23 ਗੁਰੂ ਪਿਆਰਿਓ, ਇੱਥੇ ਵੀ ਆਪਣਾ ਗੈਸ ਵਰਕ ਲਾਓ, ਕਿਹੜੀ ਪੰਕਤੀ ਠੀਕ ਲੱਗਦੀ ਹੈ। ਇਸ ਦਾ ਅਰਥ ਹੈ ਪੰਕਤੀ ਦਾ, ਮੰਨਣ ਨਾਲ ਧਰਮ ਨਾਲ ਰਿਸ਼ਤਾ ਜੁੜਦਾ ਹੈ, ਫਰਜ਼ ਨਾਲ ਰਿਸ਼ਤਾ ਜੁੜਦਾ ਹੈ। ਮੰਨਣ ਨਾਲ ਕੀ? ਮੰਨਣ ਨਾਲ ਗੁਰੂ ਦਾ ਉਪਦੇਸ਼ ਮੰਨਣ ਨਾਲ, ਗੁਰਬਾਣੀ ਦੀਆਂ ਗੱਲਾਂ ਮੰਨਣ ਨਾਲ, ਧਰਮ ਨਾਲ ਸਰਬੰਧ ਬਣ ਜਾਂਦਾ ਹੈ, ਸੰਬੰਧ ਬਣ ਜਾਂਦਾ ਹੈ। ਜ਼ਿੰਦਗੀ ਦਾ ਫਰਜ਼ ਪੂਰਾ ਕਰਨ ਨਾਲ ਵੱਲ ਧਿਆਨ ਚਲੇ ਜਾਂਦਾ। ਲੋ ਤੁਸੀਂ ਬੁੱਝ ਲਿਆ ਹੋਣਾ ਊੜਾ ਐੜਾ ਈੜੀ ਵਿੱਚੋਂ ਕਿਹੜੀ ਪੰਕਤੀ ਠੀਕ ਹੈ, ਉਹ ਦੇਖਦੇ ਹਾਂ। ਮੰਨੈ ਸ਼ਬਦ ਤਿੰਨਾਂ ਵਿੱਚ ਇੱਕੋ ਜਿਹਾ ਹੈ, ਇਹਦੇ ਵਿੱਚ ਕੋਈ ਚੱਕਰ ਨਹੀਂ ਹੈ। ਧਰਮ ਸ਼ਬਦ ਤਿੰਨਾਂ ਵਿੱਚ ਇੱਕੋ ਜਿਹਾ ਨਹੀਂ, ਤੇ ਸੰਬੰਧ ਵੀ ਇੱਕੋ ਜਿਹਾ ਨਹੀਂ। ਜਿਹੜਾ ਸੇਤੀ ਸ਼ਬਦ ਹੈ ਇਹ ਹੈ ਸੰਬੰਧਕ। ਜਦੋਂ ਸੰਬੰਧਕ ਆ ਜਾਏ ਸ਼ਬਦ, ਤਾਂ ਉਸ ਤੋਂ ਪਹਿਲਾ ਸ਼ਬਦ ਜਿਹੜਾ ਹੈ ਉਹਦਾ ਔਂਕੜ ਅਖੀਰਲਾ ਹਟ ਜਾਂਦਾ। ਇਹਦਾ ਮਤਲਬ ਹੈ ਐੜਾ ਤੇ ਈੜੀ ਵਿੱਚੋਂ ਇੱਕ ਪੰਕਤੀ ਹੋਏਗੀ। ਇਹਨਾਂ ਵਿੱਚ ਧਰਮ ਸ਼ਬਦ ਦਾ ਮਮਾ ਮੁਕਤਾ ਹੈ, ਧਰਮ ਸੇਤੀ, ਧਰਮ ਸੇਤੀ। ਹੁਣ ਕਿਉਂਕਿ ਸੰਬੰਧ ਜਿਹੜਾ ਰਿਸ਼ਤਾ ਹੈ ਉਹ ਇੱਕ ਵਚਨ ਹੈ, ਤੇ ਇੱਕ ਵਚਨ ਜਿਹੜਾ ਹੈ ਉਹ ਧੱਦੇ ਨੂੰ ਔਂਕੜ ਨਾਲ ਹੋਏਗਾ, ਇਸ ਕਰਕੇ ਐੜੇ ਵਾਲੀ ਪੰਕਤੀ ਠੀਕ ਹੈ। ਮੰਨੈ ਧਰਮ ਸੇਤੀ ਸੰਬੰਧ। ਲਓ ਜੀ ਪਿਆਰਿਓ, ਸਹੀ ਤੁਕ ਚੁਣੋ ਨੰਬਰ 24। ਇਸ ਦਾ ਭਾਵ ਹੈ ਤੁਕ ਦਾ ਕਿ ਜਿਹੜੇ ਪੰਜ ਜਨ ਹੁੰਦੇ ਹਨ, ਜਿਹੜੇ ਮੰਨੇ ਪ੍ਰਮੰਨੇ ਹੁੰਦੇ ਹਨ, ਸੁਣਨ ਨਾਲ ਮੰਨਣ ਨਾਲ ਜਿਹੜੇ ਰਾਜ਼ੀ ਹੋ ਜਾਂਦੇ ਨੇ, ਗੁਰੂ ਦੀ ਗੱਲ ਸੁਣਨ ਨਾਲ ਵੀ ਰਾਜ਼ੀ ਹੋ ਜਾਂਦੇ ਹਨ, ਮੰਨਣ ਵਿੱਚ ਵੀ ਲੱਗ ਜਾਂਦੇ ਹਨ। ਇਸ ਤਰ੍ਹਾਂ ਦੇ ਪ੍ਰਾਣੀ ਜਿਹੜੇ ਆ ਬਣੇ ਪੰਜ, ਉਹ ਦਰਗਾਹ ਦੇ ਵਿੱਚ ਇੱਜ਼ਤ ਪਾਉਂਦੇ ਹਨ, ਉਹ ਦੁਨੀਆ ਵਿੱਚ ਸ਼ੋਭਾ ਖੱਟਦੇ ਹਨ। ਇੱਥੇ ਦਰਗਾਹ ਦਾ ਮਤਲਬ ਇਹ ਨਹੀਂ ਕਿ ਉੱਪਰ ਕੋਈ ਸਥਾਨ ਬਣਿਆ ਹੋਇਆ ਦਰਗਾਹ ਵਾਲਾ, ਉੱਪਰ ਤਾਂ ਪੁਲਾੜ ਹੀ ਪੁਲਾੜ ਹੈ, ਉੱਪਰ ਕੋਈ ਬਿਲਡਿੰਗ ਨਹੀਂ ਬਣੀ ਹੋਈ ਜਿੱਥੇ ਕੋਈ ਦਰਗਾਹ ਬਣੀ ਹੋਈ ਹੈ, ਨਾ ਕੋਈ ਰੱਬ ਜਿਹੜਾ ਹੈ ਉਹ ਸਰੀਰਧਾਰੀ ਹੈ ਜਿਸ ਨੇ ਕੋਈ ਇਸ ਤਰ੍ਹਾਂ ਮਕਾਨ ਜਿਹਦਾ ਕੋਈ ਬਣਿਆ ਹੋਵੇ। ਤੇ ਦੁਨੀਆ ਦੀ ਕਚਹਿਰੀ ਜਿਹੜੀ ਹੈ ਇਹਨੂੰ ਦਰਗਾਹ ਕਿਹਾ ਗਿਆ। ਅਮਲ ਜਿਹੜੇ ਆ ਉਹ ਇੱਥੇ ਪਰਖੇ ਜਾਂਦੇ ਆ, ਇੱਥੇ ਸਭ ਕੁਝ ਹੁੰਦਾ ਹੈ। ਜਿਸ ਤਰ੍ਹਾਂ ਸੱਚਾ ਮਾਰਗ ਚੱਲਦਿਆਂ ਉਸਤ ਕਰੇ ਜਹਾਨ, ਤੋ ਇਹ ਵੀ ਪੰਕਤੀ ਜਿਹੜੀ ਹੈ ਜਹਾਨ ਉਸਤ ਕਰ, ਸੱਚੇ ਮਾਰਗ ਚੱਲਣ ਵਾਲੇ ਦੀ ਜਹਾਨ ਸ਼ੋਭਾ ਕਰਦਾ ਹੈ। ਤੋ ਇਹ ਜਹਾਨ ਦੀ ਗੱਲ ਹੈ ਇੱਥੇ ਕਿ ਮੰਨੇ ਪ੍ਰਮੰਨੇ ਜਿਹੜੇ ਹਨ ਪੁਰਸ਼, ਉਹ ਦੁਨੀਆ ਵਿੱਚ ਸ਼ੋਭਾ ਖੱਟਦੇ ਹਨ, ਸਮਾਜ ਵਿੱਚ ਉਹਨਾਂ ਦੀ ਸ਼ੋਭਾ ਬਣ ਜਾਂਦੀ ਹੈ, ਸਮਾਜ ਵਿੱਚ ਮਾਣ ਖੱਟਦੇ ਹਨ। ਲੋ ਤੁਸੀਂ ਚੁਣ ਲਈ ਹੋਗੀ ਪੰਕਤੀ, ਆਓ ਦੇਖਦੇ ਹਾਂ ਕਿਹੜੀ ਹੈ। ਤੋ ਜਦੋਂ ਅਸੀਂ ਕਹਿੰਦੇ ਆ ਪੰਚੇ, ਪੰਚੇ ਦਾ ਮਤਲਬ ਹੈ ਪੰਜੇ, ਪੰਚੇ ਪਾਵੈਂ ਦਰਗਾਹ ਮਾਨ। ਤੋ ਪੰਚੇ ਊੜਾ ਤਾਂ ਈੜੀ ਵਿੱਚ ਆਉਂਦਾ ਹੈ, ਐੜੇ ਵਿੱਚ ਨਹੀਂ ਆਉਂਦਾ। ਹੁਣ ਊੜੇ ਤੇ ਐੜੇ ਵਿੱਚ ਦੇਖੀਏ ਅੱਗੇ ਜਾ ਕੇ ਕੀ ਫਰਕ ਹੈ। ਮਾਨ ਦਾ ਫਰਕ ਹੈ ਤੇ ਦਰਗਾਹ ਸ਼ਬਦ ਦਾ ਫਰਕ ਹੈ, ਕਿਉਂਕਿ ਅਰਥ ਜਿਹੜੇ ਹਨ ਦਰਗਾਹ ਵਿੱਚ ਮਾਨ ਪਾਉਂਦੇ ਹਨ, ਇੱਜ਼ਤ ਪਾਉਂਦੇ ਹਨ। ਜਦੋਂ ਵਿੱਚ ਦੀ ਗੱਲ ਆਉਂਦੀ ਹੈ ਦਰਗਾਹ ਵਿੱਚ, ਜਹਾਨ ਵਿੱਚ, ਤਾਂ ਉਹ ਸ਼ਬਦ ਜਿਹੜਾ ਉਹ ਸਿਹਾਰੀ ਵਾਲਾ ਹੁੰਦਾ ਅੰਤ ਵਿੱਚ।
ਉਹਨੂੰ ਆਪਾਂ ਅਧਿਕਰਨਕਾਰ ਕਹਿੰਦੇ ਹਾਂ। ਤੇ ਜੇ ਸਿਆਰੀ ਅੰਤ ਵਿੱਚ ਦੇਖਣੀ ਹੈ ਤਾਂ ਈੜੀ ਵਿੱਚ ਆਉਂਦੀ ਹੈ ਦਰਗਾਹ ਨੂੰ ਦਰਗਾਹੀ। ਮਾਨ, ਕਿਉਂਕਿ ਮਾਨ ਸ਼ਬਦ ਸਿੰਗੂਲਰ ਨੰਬਰ ਹੈ, ਇੱਜ਼ਤ ਪਾਉਂਦੇ ਹਨ, ਮਾਨ ਆਦਰ ਪਾਉਂਦੇ ਹਨ। ਤੋ ਮਾਨ ਸ਼ਬਦ ਨੰਨਾ ਜਿਹੜਾ ਇਹ ਵੀ ਔਂਕੜ ਵਾਲਾ ਹੋਣਾ ਚਾਹੀਦਾ। ਤੋ ਈੜੀ ਇਹ ਸ਼ਰਤਾਂ ਦੋਵੇਂ ਪੂਰੀਆਂ ਕਰਦੀ ਹੈ। ਪੰਚੇ ਪਾਵਹਿ ਦਰਗਾਹੇ ਮਾਨ। ਲਓ ਜੀ ਗੁਰੂ ਪਿਆਰਿਓ, ਸਹੀ ਤੁਕ ਚੁਣੋ ਨੰਬਰ 25 ਤੇ ਆ ਗਏ ਆਪਾਂ। ਇਸ ਦਾ ਅਰਥ ਹੈ ਧਰਤੀ ਦੇ ਹੇਠ ਹੋਰ ਬਲਦ ਹੈ ਤੇ ਉਸ ਤੋਂ ਪਰੇ ਫਿਰ ਹੋਰ ਤੇ ਹੋਰ ਬਲਦ ਜਿਹੜਾ ਮੰਨਣਾ ਪਏਗਾ। ਇਸ ਦਾ ਮਤਲਬ ਇਹ ਨਹੀਂ ਕਿ ਧਰਤੀ ਪਰੇ ਤੋਂ ਪਰੇ ਹੈ, ਇਸ ਦਾ ਮਤਲਬ ਧਰਤੀ ਹੇਠ ਹੋਰ ਬਲਦ ਫਿਰ ਮੰਨਣਾ ਪਏਗਾ। ਜੇ ਅਸੀਂ ਲੋਕਾਂ ਦੀ ਗੱਲ ਮੰਨ ਲਈਏ ਕਿ ਧਰਤੀ ਨੂੰ ਬਲਦ ਨੇ ਚੁੱਕਿਆ ਹੋਇਆ, ਤਾਂ ਗੁਰੂ ਜੀ ਕਹਿੰਦੇ ਹਨ ਧਰਤੀ ਹੇਠ ਫਿਰ ਹੋਰ ਬਲਦ ਮੰਨਣਾ ਪਏਗਾ ਵੀ ਜਿਹਨੇ ਧਰਤੀ ਚੁੱਕੀ ਹੋਈ ਆ। ਉਹ ਫਿਰ ਜਿਹੜਾ ਥੱਲੇ ਵਾਲਾ ਬਲਦ ਹੈ ਉਹਦੇ ਹੇਠ ਹੋਰ ਧਰਤੀ ਫਿਰ ਮੰਨਣੀ ਪਏਗੀ। ਤੋ ਇਸ ਤਰ੍ਹਾਂ ਹੋਰ ਤੇ ਹੋਰ ਬਲਦ ਵੀ ਮੰਨਣੇ ਪੈਣਗੇ। ਧਰਤੀ ਹੋਰ ਪਰੈ ਹੋਰ ਹੋਰ। ਹੋਰ ਸ਼ਬਦ ਜਿਹੜਾ ਹੈ ਇਹ ਧਰਤੀ ਨਾਲ ਨਹੀਂ ਜੁੜਦਾ, ਕਿਉਂਕਿ ਇਹ ਪੁਲਿੰਗ ਸ਼ਬਦ ਹੈ, ਇਹ ਬਲਦ ਨਾਲ ਜੁੜਦਾ ਹੈ। ਲਓ ਜੀ, ਕਾਫੀ ਕੁਝ ਤੁਹਾਨੂੰ ਗੈਸ ਹੋ ਗਿਆ ਹੋਣਾ, ਪੰਕਤੀ ਚੁਣ ਲਈ ਹੋਣੀ, ਆਓ ਦੇਖਦੇ ਹਾਂ ਕਿਹੜੀ ਹੈ। ਜਦੋਂ ਅਸੀਂ ਕਹਿੰਦੇ ਹਾਂ ਕਿ ਧਰਤੀ ਨਾਲ ਹੋਰ ਸ਼ਬਦ ਨਹੀਂ ਜੁੜਦਾ, ਹੋਰ ਸ਼ਬਦ ਬਲਦ ਨਾਲ ਜੁੜਦਾ ਹੈ, ਇਹਦਾ ਮਤਲਬ ਊੜਾ ਤੇ ਈੜੀ ਇਹਨਾਂ ਵਿੱਚੋਂ ਪੰਕਤੀ ਹੋ ਸਕਦੀ ਹੈ। ਊੜਾ ਤੇ ਈੜੀ ਵਿੱਚ ਧਰਤੀ ਦੇ ਨਾਲ ਹੋਰ ਸ਼ਬਦ ਹੈ ਰਾਰੇ ਨੂੰ ਔਂਕੜ ਵਾਲਾ, ਬਲਦ ਨਾਲ ਸੰਬੰਧ ਰੱਖਦਾ ਜਿਹੜਾ ਪਰੈ ਪਰੈ ਹੋਰ ਹੋਰ। ਜਿਹੜਾ ਹੋਰ ਹੋਰ ਹੈ ਇਹ ਵੀ ਬਲਦ ਬਾਰੇ ਹੈ, ਤਾਂ ਉਹ ਵੀ ਸਿੰਗੂਲਰ ਨੰਬਰ ਵਿੱਚ ਵੀ ਆਉਂਦਾ ਵੀ ਬਲਦ ਫੇਰ ਮੰਨਣਾ ਪਏਗਾ, ਥੱਲੇ ਬਲਦ ਫੇਰ ਮੰਨਣਾ ਪਏਗਾ। ਇਸ ਦਾ ਮਤਲਬ ਹੈ ਊੜੇ ਵਾਲੀ ਪੰਕਤੀ ਜਿਹੜੀ ਉਹ ਠੀਕ ਹੈ। ਧਰਤੀ ਹੋਰ ਪਰੈ ਹੋਰ ਹੋਰ, ਹੋਰ ਬਲਦ ਫਿਰ ਹੋਰ ਬਲਦ, ਇਸ ਤਰ੍ਹਾਂ ਮੰਨਣਾ ਪਏਗਾ। ਊੜਾ ਵਾਲੀ ਪੰਕਤੀ ਜਿਹੜੀ ਹੈ ਉਹ ਠੀਕ ਹੈ, ਕਿਉਂਕਿ ਹੋਰ ਸ਼ਬਦ ਬਲਦ ਵਾਸਤੇ ਹੈ ਤੇ ਰਾਰੇ ਨੂੰ ਔਂਕੜ ਹੋਏਗਾ, ਤੇ ਊੜਾ ਜਿਹੜਾ ਹੈ ਇਹ ਸ਼ਰਤਾਂ ਪੂਰੀਆਂ ਕਰਦਾ ਹੈ। ਅभी पंक्ति नंबर 26 आ गई गुरमुख प्यारिओ। इस पंक्ति का अर्थ है अनगिणत ही ਹਨ ਚੋਰ ਅਤੇ ਹਰਾਮਖੋਰ। ਅਸੰਖ ਦਾ ਮਤਲਬ ਹੈ ਅਣਗਿਣਤ, ਕਿਉਂਕਿ ਸੰਖ ਜਿਹੜਾ ਆ ਭਾਰਤੀ ਗਿਣਤੀ ਪ੍ਰਣਾਲੀ ਵਿੱਚ ਅਖੀਰ 'ਚ ਸੰਖ ਆਉਂਦਾ, ਸੰਖ ਦਹਿ ਸੰਖ ਖਤਮ ਹੋ ਜਾਂਦਾ ਆ ਕੇ, ਪਰ ਗੁਰੂ ਜੀ ਸੰਖ ਨੂੰ ਵੀ ਅਸੰਖ ਬਣਾ ਦਿੰਦੇ ਆ। ਮਤਲਬ ਗਿਣਤੀ ਵਿੱਚ ਆਉਣ ਵਾਲੀ ਗੱਲ ਨਹੀਂ, ਜਿਹੜੀ ਗਿਣਤੀ ਵਿੱਚ ਨਾ ਆਵੇ, ਸੰਖਾਂ ਵਿੱਚ ਨਾ ਸੰਖ ਤੋਂ ਪਰੇ ਹੋਵੇ। ਅਣਗਿਣਤ ਬੇਅੰਤ, ਚੋਰ ਤੇ ਹਰਾਮਖੋਰ ਬੇਅੰਤ ਹਨ। ਲਓ ਤੁਸੀਂ ਪੰਕਤੀ ਬੁੱਝ ਲਈ ਹੋਣੀ ਆ, ਆਪਾਂ ਹੁਣ ਦੇਖਦੇ ਹਾਂ ਕਿਹੜੀ ਠੀਕ ਹੈ। ਅਸੰਖ ਸ਼ਬਦ ਜਿਹੜਾ ਹੈ ਇਹ ਪਲੂਰਲ ਹੈ, ਬਹੁਵਚਨ ਹੈ। ਜੇ ਬਹੁਵਚਨ ਹੈ ਤਾਂ ਖੱਖਾ ਜਿਹੜਾ ਹੈ ਇਹ ਮੁਕਤਾ ਹੋਏਗਾ। ਇਹ ਤਾਂ ਮਤਲਬ ਊੜਾ ਤੇ ਈੜੀ ਵਿੱਚੋਂ ਪੰਕਤੀ ਹੋਏਗੀ। ਹੁਣ ਊੜਾ ਤੇ ਊੜੇ 'ਚ ਕਿਹੜੀ ਪੰਕਤੀ ਹੋ ਸਕਦੀ ਆ, ਕਿਉਂਕਿ ਚੋਰ ਤੇ ਹਰਾਮਖੋਰ ਜਿਹੜੇ ਆ ਇਹ ਇੱਕ ਨਹੀਂ, ਇਹ ਬਹੁਤੇ ਆ, ਇਹਨਾਂ ਦੀ ਗਿਣਤੀ ਨਹੀਂ ਹੈ। ਜੇ ਬਹੁਤੇ ਆ ਤਾਂ ਫਿਰ ਚੋਰ ਤੇ ਹਰਾਮਖੋਰ ਵਿੱਚ ਜਿਹੜਾ ਰਾਰਾ ਅਖੀਰ ਵਾਲਾ ਇਹ ਫਿਰ ਮੁਕਤਾ ਹੋਏਗਾ, ਬਹੁਵਚਨ ਰੂਪ ਵਿੱਚ ਹੋਏਗਾ। ਤੇ ਜੇ ਬਹੁਵਚਨ ਰੂਪ ਵਿੱਚ ਹੋਏਗਾ ਤਾਂ ਫਿਰ ਐੜੇ ਵਾਲੀ ਪੰਕਤੀ ਜਿਹੜੀ ਆ ਉਹ ਠੀਕ ਹੈ। ਅਸੰਖ ਚੋਰ ਹਰਾਮਖੋਰ, ਚੋਰ ਵੀ ਬਹੁਤੇ ਆ, ਹਰਾਮਖੋਰ ਵੀ ਬਹੁਤੇ ਆ, ਕਿਉਂਕਿ ਇਹ ਸੰਖ ਹੀ ਹਨ। ਪੰਕਤੀ ਨੰਬਰ 27 ਸਹੀ ਤੁਕ ਚੁਣੋ। ਇਸ ਤੁਕ ਦਾ ਅਰਥ ਬਣਦਾ ਹੈ ਵਿਚਾਰਾ ਨਾਨਕ ਇਹ ਵਿਚਾਰ ਕਹਿੰਦਾ ਹੈ। ਵਿਚਾਰਾ ਨਾਨਕ ਨਿਮਾਣਾ ਨਾਨਕ ਇਹ ਵਿਚਾਰ ਕਹਿੰਦਾ ਹੈ। ਤੋ ਜੇ ਅਰਥ ਪਤਾ ਲੱਗ ਗਿਆ, ਅਰਥਾਂ ਨਾਲ ਇਹ ਪੰਕਤੀ ਦਾ ਆਈਡੀਆ ਬਣ ਜਾਂਦਾ। ਲਓ ਦੇਖਦੇ ਹਾਂ ਤੁਸੀਂ ਕਿਹੜੀ ਪੰਕਤੀ ਚੁਣੀ ਹੈ। ਸੋ ਵਿਚਾਰਾ ਨਾਨਕ ਇਹ ਵਿਚਾਰ ਕਹਿੰਦਾ ਹੈ। ਜੋ ਅਸੀਂ ਕਹਿੰਦੇ ਹਾਂ ਵਿਚਾਰਾ ਨਾਨਕ, ਇਹਦਾ ਮਤਲਬ ਨਾਨਕ ਸ਼ਬਦ ਜਿਹੜਾ ਇਹ ਕਰਤਾ ਕਾਰਕ ਹੋਊਗਾ।
ਕਹਿਣ ਵਾਲਾ ਹੈ। ਇੱਥੇ ਹੀ ਨਾਨਕ ਵਾਲੀ ਗੱਲ ਨਹੀਂ ਹੈ। ਇੱਥੇ ਨਾਨਕ ਖੁਦ ਨੂੰ ਆਪਣੇ ਆਪ ਨੂੰ ਆਖ ਰਹੇ ਨੇ। ਜਦੋਂ ਨਾਨਕ ਆਪਣੇ ਆਪ ਨੂੰ ਆਖੇ ਤਾਂ ਨਾਨਕ ਨੀਚ, ਇਹ ਦੋਹਾਂ ਦਾ ਆਪਸ ਵਿੱਚ ਸੰਬੰਧ ਹੋਏਗਾ। ਦੋਵੇਂ ਸ਼ਬਦ ਜਿਹੜੇ ਆ ਇਹ ਔਂਕੜ ਅੰਤ ਹੋਣਗੇ। ਨਾਨਕ ਨੀਚ, ਇਹਨਾਂ ਦਾ ਰਿਲੇਸ਼ਨ ਹੈ। ਕੱਕਾ ਵੀ ਨਾਨਕ ਦਾ ਔਂਕੜ ਵਾਲਾ ਹੋਏਗਾ, ਚੱਚਾ ਵੀ ਔਂਕੜ ਵਾਲਾ ਹੋਏਗਾ। ਨਾਨਕ ਨੀਚ, ਤੇ ਇਹ ਸ਼ਰਤਾਂ ਪੂਰੀਆਂ ਦੋਵੇਂ ਈੜੀ ਵਾਲੀ ਤੁਕ ਕਰਦੀ ਹੈ। ਨਾਨਕ ਨੀਚ ਕਹਿ ਵਿਚਾਰ, ਤੋ ਕਹਿ ਵਿਚਾਰ ਤਿੰਨਾਂ ਪੰਕਤੀਆਂ 'ਚ ਇੱਕੋ ਜਿਹਾ ਹੀ ਹੈ। ਤੋ ਇੱਥੇ ਗੱਲ ਸੀ ਨਾਨਕ ਸ਼ਬਦ ਤੇ ਨੀਚ ਸ਼ਬਦ, ਇਹ ਦੋਵੇਂ ਸ਼ਬਦ ਜਿਹੜੇ ਆ ਔਂਕੜ ਅੰਤ ਹੋਣੇ ਚਾਹੀਦੇ ਆ ਤੇ ਈੜੀ ਵਿੱਚ ਇਹ ਦੋਵੇਂ ਹਾਜ਼ਰ ਹਨ। ਇਹਨਾਂ ਦਾ ਮਤਲਬ ਵਿਚਾਰਾ ਨਾਨਕ, ਨੀਚ ਨਾਨਕ। ਆਪਣੇ ਆਪ ਨੂੰ ਗੁਰੂ ਪਾਤਸ਼ਾਹ ਵਿਚਾਰਾ ਕਹਿੰਦੇ ਹਨ। ਇਹ ਵਿਚਾਰ ਆਖਦਾ ਹੈ, ਵਿਚਾਰਾ ਨਾਨਕ ਇਹ ਵਿਚਾਰ ਦੱਸਦਾ ਹੈ। ਕਿਹੜੀ ਵਿਚਾਰ? ਜਿਹੜੀ ਉੱਪਰ ਪੌੜੀਆਂ ਵਿੱਚ ਹੋ ਚੁੱਕੀ ਹੁੰਦੀ ਹੈ। ਲਓ ਗੁਰੂ ਪਿਆਰਿਓ, ਪੰਕਤੀ ਨੰਬਰ 28 ਆ ਗਈ ਆ। ਸਹੀ ਤੁਕ ਚੁਣੋ। ਇਸ ਤੁਕ ਦਾ ਅਰਥ ਹੁੰਦਾ ਹੈ ਅੱਖਰਾਂ ਨਾਲ ਹੀ ਬਾਣੀ ਜਾਂ ਬੋਲੀ ਜਿਹੜੀ ਹੈ, ਭਾਸ਼ਾ, ਉਹ ਅੱਖਰਾਂ ਨਾਲ ਹੀ ਉਹਦਾ ਲਿਖਣਾ ਬਣਦਾ ਹੈ, ਅੱਖਰਾਂ ਨਾਲ ਹੀ ਉਹਦਾ ਬੋਲਣਾ ਬਣਦਾ ਹੈ। ਕਿਉਂਕਿ ਬੋਲਣ ਵਿੱਚ ਵੀ ਅੱਖਰਾਂ ਦੀ ਵਰਤੋਂ ਹੁੰਦੀ ਹੈ, ਲਿਖਣ ਵਿੱਚ ਵੀ ਅੱਖਰਾਂ ਦੀ ਵਰਤੋਂ ਹੁੰਦੀ ਹੈ। ਇਸ ਕਰਕੇ ਕਿਸੇ ਬੋਲੀ ਨੂੰ ਲਿਖਣਾ ਹੋਵੇ ਤਾਂ ਉਹ ਸਾਨੂੰ ਲਿਖਣ ਵਿੱਚ ਵੀ ਅੱਖਰ ਚਾਹੀਦੇ ਆ, ਬੋਲਣ ਵਿੱਚ ਵੀ ਅੱਖਰ ਚਾਹੀਦੇ ਆ। ਅੱਖਰਾਂ ਨਾਲ ਹੀ ਲਿਖਣਾ ਬੋਲਣਾ ਬਣਦਾ ਹੈ। ਬਾਣੀ ਦਾ ਮਤਲਬ ਇੱਥੇ ਹੈ ਬੋਲੀ, ਲੈਂਗੁਏਜ। ਲਓ ਜੀ, ਦੇਖਦੇ ਹਾਂ ਤੁਸੀਂ ਕਿਹੜਾ ਚੁਣਿਆ ਇੱਥੇ। ਅੱਖਰੀ ਸ਼ਬਦ ਤਿੰਨਾਂ ਪੰਕਤੀ ਇੱਕੋ ਜਿਹਾ ਹੈ। ਅੱਖਰੀ ਮੈਨੇ ਅੱਖਰਾਂ ਦੁਆਰਾ। ਬਾਕੀ ਸ਼ਬਦ ਜਿਹੜੇ ਹਨ ਤਿੰਨੇ ਅਗਲੇ, ਉਹ ਅਲੱਗ-ਅਲੱਗ ਹਨ। ਹੁਣ ਲਿਖਣ ਬੋਲਣ, ਅਸੀਂ ਕਹਿੰਦੇ ਹਾਂ ਕਿ ਬੋਲੀ ਦਾ ਲਿਖਣਾ, ਬੋਲੀ ਜਿਹੜੀ ਹੈ ਉਹ ਇਸਤਰੀ ਲਿੰਗ ਹੈ, ਤੇ ਇਸਤਰੀ ਲਿੰਗ ਜਿਹੜਾ ਹੈ ਉਹ ਨਾਣੇ ਨੂੰ ਸਿਹਾਰੀ ਨਾਲ ਹੋਏਗਾ। ਬਾਣੀ, ਬਾਣੀ ਜਿਹਨੂੰ ਕਹਿੰਦੇ ਆ ਬਾਣੀ, ਬਾਣੀ ਨਾਣੇ ਦੀ ਵਿਹਾਰੀ ਜਿਹੜੀ ਉਹ ਸਿਹਾਰੀ ਬਣ ਗਈ ਹੈ। ਤੋ ਈੜੀ ਵਾਲੀ ਪੰਕਤੀ ਇੱਥੇ ਫਿੱਟ ਨਹੀਂ ਬੈਠਦੀ, ਕਿਉਂਕਿ ਉੱਥੇ ਬਾਣ ਆ ਗਿਆ। ਬਾਣ ਬਨੇ ਤੀਰ ਵੀ ਹੁੰਦਾ ਹੈ। ਬਾਣ ਦਾ ਮਤਲਬ ਆਦਤ ਵੀ ਹੁੰਦੀ ਹੈ, ਬਾਣ। ਤੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣ ਸ਼ਬਦ ਤੀਰ ਵਾਸਤੇ ਵਰਤਿਆ ਗਿਆ ਹੈ। ਤੇ ਇਸ ਕਰਕੇ ਬਾਣ ਸ਼ਬਦ ਢੁਕਦਾ ਨਹੀਂ ਇੱਥੇ ਈੜੀ ਵਿੱਚ। ਊੜੇ ਤੇ ਐੜੇ ਵਿੱਚੋਂ ਇੱਕ ਪੰਕਤੀ ਹੋਏਗੀ। ਉਹ ਕਿਹੜੀ ਹੋਏਗੀ? ਅਸੀਂ ਕਹਿੰਦੇ ਹਾਂ ਲਿਖਣਾ ਤੇ ਬੋਲਣਾ। ਲਿਖਣਾ ਤੇ ਬੋਲਣਾ ਜਦੋਂ ਕਹਿੰਦੇ ਆ ਤਾਂ ਨਾਣੇ ਜਿਹੜੇ ਆ ਉਹ ਔਂਕੜ ਨਾਲ ਹੋਣੇ ਚਾਹੀਦੇ ਆ। ਲਿਖਣ, ਬੋਲਣ, ਲਿਖਣਾ, ਬੋਲਣਾ, ਇਹ ਸ਼ਰਤਾਂ ਐੜੇ ਵਾਲੀ ਪੰਕਤੀ ਪੂਰੀ ਕਰਦੀ ਆ। ਅੱਖਰੀ ਲਿਖਣ, ਬੋਲਣ, ਬਾਣ। ਪਾਠ ਕਰਦਿਆਂ ਸਾਨੂੰ ਇਹਨਾਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ। ਸਾਡੇ ਜ਼ਿਹਨ ਵਿੱਚ ਇਹ ਮਾਤਰਾ ਹੋਣੀਆਂ ਚਾਹੀਦੀਆਂ ਤਾਂ ਕਿ ਸਾਨੂੰ ਪਤਾ ਵੀ ਲੱਗੇ ਤਾਂ ਅਸੀਂ ਪਛਾਣ ਵੀ ਕਰ ਸਕੀਏ, ਤੇ ਇਹਨਾਂ ਦਾ ਜਿਹੜਾ ਵਰਤਣ ਦਾ ਢੰਗ ਹੈ ਉਹ ਵੀ ਪਤਾ ਲੱਗ ਸਕੇ। ਲਓ ਜੀ, ਅੱਗੇ ਸਹੀ ਤੁਕ ਚੁਣੋ ਨੰਬਰ 29 ਤੇ ਆਪਾਂ ਆ ਗਏ ਹਾਂ। ਇਸ ਪੰਕਤੀ ਦਾ ਮਤਲਬ ਹੈ ਗੁਣ ਵੀ ਅਮੁੱਲ ਹਨ ਤੇ ਵਪਾਰ ਵੀ, ਉਹਦੇ ਨਾਮ ਦਾ ਜਿਹੜਾ ਵਪਾਰ ਹੈ ਇਹ ਵੀ ਅਮੁੱਲ ਹੈ। ਤੇ ਜਦੋਂ ਅਸੀਂ ਕਹਿੰਦੇ ਹਾਂ ਗੁਣ ਵੀ ਅਮੁੱਲ ਹਨ ਤੇ ਵਪਾਰ ਵੀ ਅਮੁੱਲ, ਤਾਂ ਇਸ ਦਾ ਮਤਲਬ ਹੈ ਗੁਣ ਸ਼ਬਦ ਜਿਹੜਾ ਬਹੁਵਚਨ ਹੈ
ਵਪਾਰ ਸ਼ਬਦ ਵੀ ਬਹੁਵਚਨ ਹੈ। ਤੇ ਜੇ ਬਹੁਵਚਨ ਸ਼ਬਦ ਹਨ ਤਾਂ ਇਹਨਾਂ ਦੇ ਜਿਹੜੇ ਵਿਸ਼ੇਸ਼ਣ ਰੂਪ ਵਿੱਚ ਹਨ ਅਮੁੱਲ, ਇਹ ਵੀ ਬਹੁਵਚਨ ਹਨ। ਤਾਂ ਇਹ ਸਾਰੇ ਸ਼ਬਦ ਜਿਹੜੇ ਬਹੁਵਚਨ ਹੋਣ ਕਰਕੇ ਇਹਨਾਂ ਦੇ ਅਖੀਰਲੇ ਜਿਹੜੇ ਅੱਖਰ ਹਨ ਇਸ ਪੰਕਤੀ ਵਿੱਚ, ਸ਼ਬਦਾਂ ਦੇ ਅਖੀਰਲੇ ਅੱਖਰ ਸਾਰੇ ਮੁਕਤੇ ਹੋਣੇ ਚਾਹੀਦੇ ਹਨ। ਤੇ ਇਹ ਸ਼ਰਤ ਜਿਹੜੀ ਹੈ ਐੜਾ ਵਾਲੀ ਪੰਕਤੀ ਪੂਰੀ ਕਰਦੀ ਹੈ। ਅਮੁੱਲ ਗੁਣ ਅਮੁੱਲ ਵਪਾਰ। ਦੂਜੀਆਂ ਪੰਕਤੀਆਂ ਇਹ ਸ਼ਰਤ ਪੂਰੀ ਨਹੀਂ ਕਰਦੀਆਂ, ਕਿਉਂਕਿ ਉੱਥੇ ਗੁਣ ਵੀ ਇੱਕ ਊੜੇ ਵਿੱਚ ਇੱਕ ਗੁਣ ਦੀ ਗੱਲ ਹੈ, ਇੱਕ ਵਪਾਰ ਦੀ ਗੱਲ ਹੈ, ਤੇ ਉਹਨਾਂ ਨਾਲ ਮੁੱਲ ਸ਼ਬਦ ਵੀ ਠੀਕ ਨਹੀਂ ਵਰਤੇ ਗਏ। ਸੋ ਐੜਾ ਸ਼ਬਦ, ਐੜਾ ਜਿਹੜਾ ਭਾਗ ਹੈ ਇਹ ਠੀਕ ਹੈ। ਲਓ ਜੀ, ਪੰਕਤੀ ਨੰਬਰ 30 ਆ ਗਈ। ਇਸ ਪੰਕਤੀ ਦਾ ਮਤਲਬ ਹੈ ਉਹਦਾ ਜਿਹੜਾ ਵੱਟਾ ਹੈ ਤੋਲਣ ਵਾਲਾ ਉਹ ਵੀ ਬੇਸ਼ਕੀਮਤੀ ਹੈ, ਤੇ ਉਹਦਾ ਜਿਹੜਾ ਤੱਕੜ ਹੈ ਤੋਲਣ ਵਾਲਾ ਉਹ ਵੀ ਬੇਸ਼ਕੀਮਤੀ ਹੈ। ਸੋ ਵੱਟਾ ਅਤੇ ਤੱਕੜ ਤੋਲਣ ਵਾਲਾ ਇਹ ਇੱਕੋ ਹੀ ਹੈ। ਹੁਣ ਤੁਸੀਂ ਗੈਸ ਕਰ ਲਓ ਕਿਹੜੀ ਪੰਕਤੀ ਠੀਕ ਹੋਏਗੀ। ਸੋ ਆਓ ਦੇਖਦੇ ਹਾਂ ਗੁਰੂ ਪਿਆਰੋ ਤੁਸੀਂ ਕਿਹੜੀ ਸਿਲੈਕਟ ਕੀਤੀ ਹੈ। ਜਦੋਂ ਅਸੀਂ ਕਹਿੰਦੇ ਹਾਂ ਤੋਲਣ ਵਾਲਾ ਜਿਹੜਾ ਤੱਕੜ ਵੀ ਇੱਕੋ ਹੀ ਹੈ ਤੇ ਵੱਟਾ ਵੀ ਇੱਕੋ ਹੀ ਹੈ, ਇਹਦਾ ਮਤਲਬ ਇਹ ਹੈ ਕਿ ਸ਼ਬਦ ਸਾਨੂੰ ਉਹ ਚੁਣਨੇ ਪੈਣਗੇ ਜਿਹੜੇ ਅਖੀਰ ਵਿੱਚ ਔਂਕੜ ਰੱਖਦੇ ਆ। ਤੁਲ, ਇਹ ਲੱਲਾ ਜਿਹੜਾ ਔਂਕੜ ਰੱਖਦਾ ਹੈ। ਪ੍ਰਵਾਨ, ਇਹ ਨਾਣਾ ਜਿਹੜਾ ਹੈ ਇਹ ਔਂਕੜ ਰੱਖਦਾ ਹੈ। ਵੱਟਾ ਤੇ ਤੱਕੜ ਇਹਨਾਂ ਦੇ ਮਗਰ ਔਂਕੜ ਲੱਗੇ ਹੋਏ ਹਨ। ਊੜੇ ਵਾਲੀ ਪੰਕਤੀ 'ਚ ਲੱਗੇ ਹੋਏ ਆ, ਐੜੇ ਵਾਲੀ ਪੰਕਤੀ ਵਿੱਚ ਵੀ। ਈੜੀ ਵਾਲੀ ਪੰਕਤੀ ਵਿੱਚ ਤੁਲ ਨੂੰ ਲੱਲੇ ਨੂੰ ਔਂਕੜ ਨਹੀਂ ਹੈ, ਇਸ ਕਰਕੇ ਈੜੀ ਵਾਲੀ ਪੰਕਤੀ ਨਹੀਂ ਹੈ। ਊੜੇ ਦੇ ਐੜੇ ਵਿੱਚੋਂ ਪੰਕਤੀ ਇੱਕ ਹੈ। ਹੁਣ ਉਹ ਕਿਹੜੀ ਹੋ ਸਕਦੀ ਹੈ? ਜਦੋਂ ਅਸੀਂ ਤੁਲ ਕਹਿੰਦੇ ਆ, ਤੁਲ ਜਿਹੜਾ ਉਹ ਇੱਕ ਵਚਨ ਬਣ ਗਿਆ, ਤੇ ਤੁਲ ਜਿਹੜਾ ਆ ਉਹ ਤੇ ਪਹਿਲਾਂ ਜਿਹੜਾ ਸ਼ਬਦ ਵਰਤਿਆ ਗਿਆ ਹੈ ਉਹਦਾ ਵਿਸ਼ੇਸ਼ਣ ਰੂਪ ਵਿੱਚ ਉਹ ਵੀ ਇੱਕ ਵਚਨ ਹੋਊਗਾ, ਤੇ ਇੱਕ ਵਚਨ ਹੋਏਗਾ ਤਾਂ ਉਹ ਵੀ ਔਂਕੜ ਨਾਲ ਹੀ ਹੋਏਗਾ, ਅਖੀਰ ਵਿੱਚ ਉਹਦੇ ਔਂਕੜ ਹੀ ਹੋਏਗਾ, ਕਿਉਂਕਿ ਤੁਲ ਦੇ ਲੱਲੇ ਨੂੰ ਔਂਕੜ ਹੈ ਤੇ ਅਮੁੱਲ ਦੇ ਲੱਲੇ ਨੂੰ ਵੀ ਔਂਕੜ ਬਣੂਗਾ। ਪ੍ਰਵਾਨ ਦੇ ਨਾਲ ਹੀ ਔਂਕੜ ਹੈ ਤੇ ਅਮੁੱਲ ਦੇ ਲੱਲੇ ਨੂੰ ਵੀ ਔਂਕੜ ਬਣੇਗਾ। ਤੇ ਇਹ ਸ਼ਰਤਾਂ ਜਿਹੜੀਆਂ ਊੜੇ ਵਾਲੀ ਪੰਕਤੀ ਪੂਰੀਆਂ ਕਰਦੀ ਹੈ। ਅਮੁੱਲ, ਤੁਲ, ਅਮੁੱਲ, ਪ੍ਰਵਾਨ। ਐੜਾ ਤੇ ਈੜੀ ਵਾਲੀਆਂ ਪੰਕਤੀਆਂ ਇਹ ਸ਼ਰਤਾਂ ਪੂਰੀਆਂ ਨਹੀਂ ਕਰਦੀ। ਸੋ ਇੱਥੋਂ ਤੱਕ ਅਸੀਂ ਵਿਚਾਰ ਕੀਤੀ ਹੈ। 30 ਪੰਕਤੀਆਂ ਹੋ ਚੁੱਕੀਆਂ ਹਨ 2 ਵੀਡੀਓ ਰਾਹੀਂ, ਤੇ ਇਸ ਤੋਂ ਬਾਅਦ ਹੋਰ ਇਸ ਤਰ੍ਹਾਂ ਦਾ ਲੈਸਨ ਤਿਆਰ ਕਰਕੇ ਫਿਰ ਆਪ ਜੀ ਦੀ ਸੇਵਾ ਵਿੱਚ ਰੱਖਾਂਗੇ। ਇੱਥੇ ਹੀ ਆਪਾਂ ਫਤਿਹ ਬੁਲਾਉਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੁਲਾਉਂਦੀ ਖਿਮਾ।